ਬਰਾਦਰੀਜ਼ਮ ਦੀ ਮੁਨਾਫਕਤ ਨੇ ਥੋੜ੍ਹੇ ਥੋੜ੍ਹੇ ਮਾਮਲਾਤ ਨੂੰ ਉਲਝਾ ਕੇ ਮੈਨੂੰ 302 ਦੇ ਵਿੱਚ ਮੁਲਵਸ ਕਰ ਦਿੱਤਾ। ਹਾਲਾਂਕਿ ਮੈਂ ਘਰੋਂ ਡਾਕੂ ਫੜਨ ਗਿਆ ਵਾਂ, ਨੇਕੀ ਦੀ ਨੀਅਤ ਨਾਲ ਗਿਆ ਵਾਂ, ਲੇਕਿਨ ਉਹਦੀ ਸਜ਼ਾ ਮੈਨੂੰ ਇਸ ਸੂਰਤ 'ਚ ਮਿਲ ਗਈ ਕਿ ਮੇਰੇ 'ਤੇ FIR 302 ਦੀ ਦਰਜ ਹੋ ਗਈ। ਮੈਂ 2006 ਦੇ ਵਿੱਚ ਜੇਲ੍ਹ 'ਚ ਗਿਆ, ਦਸੰਬਰ ਸੀ। ਨਵੰਬਰ 2008 ਦੇ ਵਿੱਚ 25 ਸਾਲ ਦੀ ਸਜ਼ਾ ਐਡੀਸ਼ਨਲ ਸੈਸ਼ਨ ਜੱਜ ਡਸਕਾ ਚੌਧਰੀ ਜ਼ਫਰ ਇਕਬਾਲ ਸਾਹਿਬ ਨੇ ਸੁਣਾਤੀ। ਮੈਂ ਜਾਣਦਾ ਜਦੋਂ ਕੁਰਾਨ ਪਾਕ ਦਾ ਤਰਜਮਾ ਤਫਸੀਰ ਪੜ੍ਹਨੀ ਸ਼ੁਰੂ ਕੀਤੀ ਤੇ ਮੇਰੇ ਇਲਮ 'ਚ ਆਇਆ ਕਿ ਯੂਸਫ अलैहिस्सलातु वस्सलाम ਨੂੰ ਅੱਲਾ ਦੀ ਜ਼ਾਤ ਨੇ ਜੇਲ੍ਹ 'ਚ ਕਿਉਂ ਰੱਖਿਆ, ਤੇ ਮੈਂ ਮਹਿਸੂਸ ਕੀਤਾ ਕਿ ਇੱਕ ਇਮਤਿਹਾਨ, ਇੱਕ ਅਜ਼ਮਾਇਸ਼ ਹੈ। ਸਾਡਾ ਅਦਲੀਆ ਦਾ ਨਿਜ਼ਾਮ ਐਡਾ ਗੰਦਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ, ਨਾ ਔਰ ਇਹਦੀ ਕੋਈ ਸਲਾਹ ਚਾਹ ਰਿਹਾ ਕਿ ਆ ਸੁਪਰਡੈਂਟ ਜੇਲ੍ਹ ਨੇ ਜਦੋਂ ਮੈਨੂੰ ਸਜ਼ਾ ਹੋਈ, ਮੇਰੀ ਡਿਗਰੀ ਨੂੰ ਵੇਖਿਆ, ਜਿਹੜਾ ਮੈਂ ਤਰਜਮਾ ਤਫਸੀਰ ਕੀਤਾ ਸੀ, ਉਹਨਾਂ ਮੈਨੂੰ ਜੇਲ੍ਹ 'ਚ ਮਜ਼ਹਬੀ ਟੀਚਰ ਤਾਇਨਾਤ ਕਰ ਛੜਿਆ। ਮੈਂ ਅਰਸਾ 7 ਸਾਲ ਤਕਰੀਬਨ ਸਜ਼ਾਏ ਮੌਤ ਦੇ ਕੈਦੀਆਂ ਨੂੰ, ਬੱਚਿਆਂ ਨੂੰ, ਮੁਲਜ਼ਮਾਂ ਨੂੰ ਤਰਜਮਾ ਤੇ ਤਫਸੀਰ ਪੜ੍ਹਾਉਂਦਾ ਰਿਹਾ, ਨਾਲ ਜਿਹੜੀ ਜੇਲ੍ਹ ਦੀ मस्जिद से वो जुम्मा भी पढ़ाता रहा। अस्सलाम वालेकुम नाज़रीन, आपका मेज़बान अली हसन आपकी खिदमत में हाज़िर है और आप देख रहे हैं अपना प्यारा पाकिस्तान। अपना प्यारा पाकिस्तान के मुअज़्ज़ज़ नाज़रीन, आम तौर पे ख्याल किया जाता है कि जो शख्स जेल के अंदर जाता है वो आदी मुजरम बन के ही बाहर आता है, लेकिन आज की स्टोरी बिल्कुल मुख्तलिफ है। आज हमारे साथ मौजूद हैं राना इरशाद साहब, जो 2006 के अंदर जेल के अंदर जाते हैं, 2008 के अंदर इनको सज़ा होती है और 2016 के अंदर ये जेल से रिहा होकर बाहर आ जाते हैं। इन्होंने जेल के अंदर जाने के बाद उन तमाम एक्टिविटीज़ को तर्क कर दिया जिसके बायस इन पर संगीन नौइयत के इल्ज़ामात लग सकते थे। नाज़रीनो इकराम, इनकी रुदात बहुत ही इंटरेस्टिंग है। इन्होंने जेल के अंदर जाने के बाद कुरान हकीम के साथ इस तरह का ताल्लुक़ कायम किया कि इन्होंने कुरान हकीम का तर्जमा पहले किया, बाद में दरस निज़ामी की। दरस निज़ामी करने के बाद ना सिर्फ इसको पढ़ा बल्कि इस पर मुकम्मल तौर पर अमल भी किया और कैदियों को ये कुरान हकीम पढ़ाते भी थे और जुमा भी पढ़ाते थे। इसके अलावा इन पे जो मुकदमा दायर किया गया वो 302 का था। हालांकि पुलिस ने जो इन्वेस्टिगेशन की उसके अंदर यही आता है कि ये बेकसूर थे। बेकसूर होने के बावजूद भी इनको पहले 25 साल की सज़ा होती है, फिर बाद में इनके आला किरदार की वजह से इनकी सज़ा 10 साल कर दी जाती है। अपनी जवानी का हिस्सा उन्होंने जेल के अंदर गुजारा। बेकसूर होने के बावजूद भी जेल के अंदर इतना अरसा क्यों गुजारा? क्या हमारी अदलिया मुल्क के अंदर यही निज़ाम कायम कर रही है? और भी बहुत ज़्यादा तफसीलात राना इरशाद की ज़ुबानी जानते हैं। अस्सलाम वालेकुम जनाब। वालेकुम सलाम जी। राना साहब, 302 का मुकदमा लगता है, 25 साल की आपको सज़ा हो जाती है। तमाम गाँव वालों से हमने मालूमात ली तो उन्होंने बताया कि आपको जो है वो इस मामले के अंदर दंसाया गया, आप बेकसूर थे, लेकिन बेकसूर होने के बायस भी आपको जेल के अंदर क्यों रखा गया? बिस्मिल्लाहिर्रहमानिर्रहीम। जनाब, तुहाडी बड़ी मेहरबानी है, तुसी अपने वालद साहब कोलों सुन के, मेरे दोस्त सन करामत साहब, ये मेरे कोलों इंटरव्यू लैन आए हो। मैं तुहानूं ये दसना चाहना कि साडा माशरा जिहड़ा ना, ਇਹ ਨਾ ਤਾਂ ਕਿਸੇ ਨੂੰ ਨੇਕੀ ਹੀ ਕਰਨ ਦਿੰਦਾ ਔਰ ਨਾ ਹੀ ਕਿਸੇ ਨੂੰ ਬੁਰਾਈ ਤੋਂ ਰੋਕਦਾ ਹੈ। ਮੈਂ ਆਪਣਾ ਇੱਕ ਜ਼ੇਨ ਬਣਾ ਲਿਆ, ਮੈਂ ਇੱਕ ਸਮਾਜੀ ਵਰਕਰ ਸਾਂ, ਪਿੰਡ ਦੇ ਵਿੱਚ ਅੱਛੇ ਬੁਰੇ ਕੰਮਾਂ ਦੇ ਵਿੱਚ ਹਿੱਸਾ ਲੈਣਾ। ਮੇਰੇ ਦੋਸਤ ਨੇ ਨਈਅਰ ਨਵਾਜ਼ ਚੀਮਾ ਸਾਹਿਬ, ਇਮਤਿਆਜ਼ ਚੀਮਾ, ਜਵੇਦ ਪਹਿਲਵਾਨ, ਇਹ ਪਰਲੇ ਮਹੱਲੇ ਤੋਂ ਮੇਰੇ ਘਰ ਆਏ ਕਿ ਫਲਾਂ ਦੇ ਘਰ ਡਕੈਤੀ ਹੋ ਰਹੀ ਹੈ ਤੇ ਸਾਡੇ ਨਾਲ ਉਹਨਾਂ ਦੀ ਮਦਦ ਵਾਸਤੇ ਜਾਣਾ ਹੈ। ਮੈਂ ਉਹਨਾਂ ਦੀ ਮਦਦ ਵਾਸਤੇ ਉਹਨਾਂ ਦੇ ਘਰ ਗਏ ਹਾਂ। ਜਦੋਂ ਗਏ ਹਾਂ ਤਾਂ ਉੱਥੇ ਇੱਕ ਬੰਦਾ ਮਰਿਆ ਪਿਆ ਸੀ, ਆਵਾਜ਼ਾਂ ਲੱਗੀਆਂ, 30 ਤੋਂ 35 ਬੰਦੇ ਮੌਜੂਦ ਸਨ। ਉਹਨਾਂ ਨੇ ਸਾਨੂੰ ਆਵਾਜ਼ ਦਿੱਤੀ ਕਿ ਇੱਧਰ ਇੱਕ ਬੰਦਾ ਮਰਿਆ ਪਿਆ। ਮੈਂ ਵੀ ਚਲਾ ਗਿਆ, ਉਹਨਾਂ ਨਾਲ ਸਾਡੀ ਕੋਈ ਮਾੜੀ ਮੋਟੀ ਖਲਸ਼ ਹੋਣੀ ਹੈ, ਲੇਕਿਨ ਕਿਉਂਕਿ ਜਿਹੜੇ ਪਿੰਡਾਂ ਦੀ ਮੁਨਾਫਕਤ ਹੈ ਬਰਾਦਰੀਜ਼ਮ ਤੱਕ ਮਹਦੂਦ ਹੋ ਜਾਂਦੀ ਹੈ। ਬਰਾਦਰੀਜ਼ਮ ਦੀ ਮੁਨਾਫਕਤ ਨੇ ਥੋੜ੍ਹੇ ਥੋੜ੍ਹੇ ਮਾਮਲਾਤ ਨੂੰ ਉਲਝਾ ਕੇ ਮੈਨੂੰ 302 ਦੇ ਵਿੱਚ ਮੁਲਵਸ ਕਰ ਦਿੱਤਾ। ਹਾਲਾਂਕਿ ਮੈਂ ਘਰੋਂ ਡਾਕੂ ਫੜਨ ਗਿਆ ਵਾਂ, ਨੇਕੀ ਦੀ ਨੀਅਤ ਨਾਲ ਗਿਆ ਵਾਂ, ਲੇਕਿਨ ਉਹਦੀ ਸਜ਼ਾ ਮੈਨੂੰ ਇਸ ਸੂਰਤ 'ਚ ਮਿਲ ਗਈ ਕਿ ਮੇਰੇ 'ਤੇ FIR 302 ਦੀ ਦਰਜ ਹੋ ਗਈ। ਜਦੋਂ ਪੁਲਿਸ ਇਨਵੈਸਟੀਗੇਸ਼ਨ ਹੋਈ ਤਾਂ ਪੁਲਿਸ ਨੇ ਦੋਵਾਂ ਪਾਸਿਆਂ ਦੀ ਸਾਰੇ ਵਜੂਹਾਤ, ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਤੇ ਮੈਨੂੰ ਬੇਗੁਨਾਹ ਕਰਾਰ ਦੇ ਦਿੱਤਾ। ਠੀਕ ਹੋ ਗਿਆ। ਰਾਣਾ ਸਾਹਿਬ, ਉਹ ਕਿਹੜੀ ਸੰਨ ਸੀ ਜਿਸ ਸੰਨ ਦੇ ਵਿੱਚ ਤੁਸੀਂ ਜੇਲ੍ਹ ਦੇ ਵਿੱਚ ਗਏ ਤੇ ਕਿਹੜੀ ਸੰਨ ਦੇ ਵਿੱਚ ਤੁਹਾਨੂੰ ਸਜ਼ਾ ਹੋਈ ਸੀ? ਮੈਂ 2006 ਦੇ ਵਿੱਚ ਜੇਲ੍ਹ 'ਚ ਗਿਆ।
ਦਸੰਬਰ ਸੀ। ਨਵੰਬਰ 2008 ਦੇ ਵਿੱਚ 25 ਸਾਲ ਦੀ ਸਜ਼ਾ ਐਡੀਸ਼ਨਲ ਸੈਸ਼ਨ ਜੱਜ ਡਸਕਾ ਚੌਧਰੀ ਜ਼ਫਰ ਇਕਬਾਲ ਸਾਹਿਬ ਨੇ ਸੁਣਾਤੀ। ਮੈਨੂੰ ਬੜਾ ਇਖਤਲਾਫ ਸੀ। ਮੈਂ ਜ਼ੇਨ ਬਣਾ ਲਿਆ ਕਿ ਇਹ ਅੱਲਾ ਦੀ ਮਰਜ਼ੀ ਨਾਲ ਸਾਰੇ ਮਾਮਲਾ ਚੱਲਦੇ ਨੇ। ਅੱਲਾ ਮੈਂ ਜਾਣਦਾ ਜਦੋਂ ਕੁਰਾਨ ਪਾਕ ਦਾ ਤਰਜਮਾ ਤਫਸੀਰ ਪੜ੍ਹਨੀ ਸ਼ੁਰੂ ਕੀਤੀ ਜੀ ਤੇ ਮੇਰੇ ਇਲਮ 'ਚ ਆਇਆ ਕਿ ਯੂਸਫ ਅਲੈਹਿਸਸਲਾਤੁ ਵਸਲਾਮ ਨੂੰ ਅੱਲਾ ਦੀ ਜ਼ਾਤ ਨੇ ਜੇਲ੍ਹ 'ਚ ਕਿਉਂ ਰੱਖਿਆ। ਤੇ ਮੈਂ ਮਹਿਸੂਸ ਕੀਤਾ ਕਿ ਇਹ ਇੱਕ ਇਮਤਿਹਾਨ, ਇੱਕ ਅਜ਼ਮਾਇਸ਼ ਹੈ, ਕਿਉਂਕਿ ਮੈਂ ਤਾਂ ਘਰੋਂ ਨੇਕੀ ਦੀ ਨੀਅਤ ਨਾਲ ਆਇਆ। ਮੇਰੀ ਕੋਈ ਨੀਅਤ ਨਾ ਤੇ ਕੋਈ ਬੁਰਾਈ ਹੈ ਨਾ ਕੋਈ ਕਤਲ ਕਰਨਾ ਹੈ। ਮੈਂ ਤੇ ਡਾਕੂਆਂ ਦੀ ਜਿਹੜਾ ਨਾ ਸਰਦਰਸ਼ ਕਰਨ ਵਾਸਤੇ ਘਰੋਂ ਨਿਕਲਿਆ, ਗਨ ਲੈ ਕੇ ਨਿਕਲਿਆ। ਲੇਕਿਨ ਮੇਰੇ ਨਾਲ ਜਦੋਂ ਉਹਨਾਂ ਪੁਲਿਸ ਨੇ ਬੇਗਨਾ ਲਿਆ, ਕੋਈ ਸ਼ਹਾਦਤ ਨਾ ਹੋਈ। ਲੇਕਿਨ ਸਾਡਾ ਅਦਲੀਆ ਦਾ ਨਿਜ਼ਾਮ ਐਡਾ ਗੰਦਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਨਾ ਔਰ ਇਹਦੀ ਕੋਈ ਸਲਾਹ ਚਾਹ ਰਿਹਾ। ਠੀਕ ਮਤਲਬ ਸਾਡੇ ਮਾਸ਼ਰੇ ਦੀ ਕੋਈ ਬੰਦਾ ਇਸਲਾਹ ਕਰਨ ਵਾਸਤੇ ਤਿਆਰ ਨਹੀਂ। ਉਂਝ ਮੈਂ ਤੇ ਮਹਿਸੂਸ ਕੀਤਾ ਕਿ ਇਸਲਾਹ ਵਾਸਤੇ ਆਲਾ ਹੁਕਮਰਾਨ ਜਿਹੜੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਅਦਾਲਤਾਂ ਦਾ ਨਿਜ਼ਾਮ ਜਿਹੜਾ ਸਰੇ ਨੋ ਵੇਖ ਕੇ ਇਹਦਾ ਜਾਇਜ਼ਾ ਲੈਣ, ਤਾਂ ਕਿ ਕੋਈ ਬੰਦਾ ਮੇਰੀ ਤਰ੍ਹਾਂ ਬੇਗਨਾ 10 ਸਾਲ ਬਾਇਜ਼ਤ ਬਰੀ 10 ਸਾਲ ਮੇਰੀ ਜਵਾਨੀ ਦੇ ਜਿਹੜੇ ਨੇ ਉਹਨਾਂ ਦਾ ਕੌਣ ਜ਼ਿੰਮੇਦਾਰ ਹੈ। ਮੈਂ ਤੇ ਇਹ ਸਵਾਲ ਹੈ ਅੱਲਾ ਹੁਕਮਰਾਨਾਂ ਅੱਗੇ, ਆਲਾ ਅਦਲੀਆ ਅੱਗੇ, ਕਿ ਜੇ ਕਿਸੇ ਨੂੰ ਸਜ਼ਾ ਵੀ ਦੇਣੀ ਜੀ ਉਹਦਾ ਮਿਆਰ ਚੈੱਕ ਕਰ ਲਵੋ। ਇੱਕ ਇਨਸਾਫ ਦਾ ਪੈਮਾਨਾ, ਇੱਕ ਨਿਜ਼ਾਮ ਐਸਾ ਰਾਂਝ ਕਰ ਛੜੋ ਤਾਂ ਕਿ ਕਿਸੇ ਬੇਗਨਾ ਕੈਦ ਨੂੰ ਸਜ਼ਾ ਨਾ ਹੋ ਸਕੇ। ਜੇਲ੍ਹ ਦੇ ਵਿੱਚ ਮਾਸ਼ਾਅੱਲਾ ਤੁਸੀਂ ਦਰਸੇ ਨਿਜ਼ਾਮੇ ਕੀਤੀ, ਕੁਰਾਨ ਮਜੀਦ ਦਾ ਤਰਜਮਾ ਕੀਤਾ ਤੇ ਅਸਾਂ ਲੋਕਾਂ ਕੋਲ ਸੁਣਿਆ ਕਿ ਤੁਸੀਂ ਜੇਲ੍ਹ ਦੇ ਵਿੱਚ ਜੁਮਾ ਵੀ ਪੜ੍ਹਾਉਂਦੇ ਰਹੇ ਹੋ। ਇਹਦੇ ਬਾਰੇ 'ਚ ਸਾਡੇ ਨਾਜ਼ਰੀਨ ਨੂੰ ਦੱਸਿਓ ਜੀ। ਜਿਹੜਾ ਉੱਥੇ ਅੱਲਾ ਦੀ ਜ਼ਾਤ ਨੇ ਨਾ, ਜਦੋਂ ਤੁਸੀਂ ਕਿਸੇ ਵੀ ਮੁਕਾਮ ਤੇ ਬੈਠੇ ਹੋ, ਚਾਹੇ ਇੱਥੇ ਕਿਸੇ ਮਜ਼ਦੂਰ ਦੀ ਸੀਟ ਤੇ ਹੋ, ਚਾਹੇ ਕਿਸੇ ਸੁਪਰਡੈਂਟ ਜੇਲ੍ਹ ਦੀ ਸੀਟ ਤੇ ਹੋ, ਚਾਹੇ ਐਡੀਸ਼ਨਲ ਸੈਸ਼ਨ ਜੱਜ ਹੋਏ, ਜੱਜ ਹੋਏ, ਕਿਸੇ ਵੀ ਮੁਕਾਮ ਤੇ ਬੈਠੇ ਹੋ, ਅੱਲਾ ਨੇ ਉੱਥੇ ਤੁਹਾਨੂੰ ਦੋ ਰਸਤੇ ਦਿੱਤੇ ਨੇ। ਚਾਹੇ ਅੱਛਾਈ ਨਾਲ ਆਪਣੀ ਜੰਨਤ 'ਚ ਚਲੇ ਜਾਓ, ਚਾਹੇ ਬੁਰਾਈ ਨਾਲ ਜਹੰਨਮ ਨੂੰ ਚੂਜ਼ ਕਰ ਲਵੋ। ਮਜ਼ਦੂਰ ਆਪਣੀ ਮਜ਼ਦੂਰੀ ਧਿਆਨ ਨਾਲ ਕਰੇ ਤਾਂ ਅੱਲਾ ਉਹਨੂੰ ਜੰਨਤ ਅਤਾ ਕਰ ਛੱਡਦੇ ਨੇ, ਔਰ ਜੱਜ ਵੀ ਆਪਣੀ ਸੀਟ ਤੇ ਇਨਸਾਫ ਨਾ ਕਰੇ ਤਾਂ ਅੱਲਾ ਉਹਨੂੰ ਜਹੰਨਮ ਅਤਾ ਕਰ ਛੱਡਦੇ ਨੇ। ਮੈਂ ਤਾਂ ਇਹ ਮਹਿਸੂਸ ਕੀਤਾ, ਜੋ ਪੜ੍ਹਿਆ ਮੈਂ ਸਮਝਿਆ ਕਿ ਕਿਸੇ ਵੀ ਸੀਟ ਦਾ ਇੰਤਖਾਬ ਜ਼ਰੂਰੀ ਨਹੀਂ, ਉਹਦੇ ਵਾਸਤੇ ਸਦਰੇ ਪਾਕਿਸਤਾਨ ਦੀ ਕੁਰਸੀ ਜ਼ਰੂਰੀ ਨਹੀਂ। ਇਨਸਾਫ ਵਾਸਤੇ ਇਨਸਾਫ ਹਰ ਉਹ ਬੰਦਾ ਜਿਹੜਾ ਆਪਣੇ ਘਰ ਬੈਠਾ ਆਪਣੇ ਬੱਚਿਆਂ ਨਾਲ ਇਨਸਾਫ ਕਰੇ, ਜਿਹੜਾ ਮਾਸ਼ਰੇ ਨੂੰ ਅੱਲਾ ਨੇ ਜਿਹਨੂੰ ਇੱਜ਼ਤ ਦਿੱਤੀ ਉੱਥੇ ਮਾਸ਼ਰੇ 'ਚ ਇਨਸਾਫ ਕਰੇ। ਜਿੱਥੇ ਜਿੱਥੇ ਕੋਈ ਬੈਠਾ ਹੈ, ਅਗਰ ਉਸ ਆਪਣੀ ਸੀਟ ਨਾਲ ਇਨਸਾਫ ਕਰਦਾ ਹੈ ਤੇ ਮਾਸ਼ਰੇ 'ਚੋਂ ਬੁਰਾਈ ਖਤਮ ਹੋ ਜਾਏਗੀ। ਅਸਾਂ ਸੁਣਿਆ ਵੇ ਕਿ ਤੁਸੀਂ ਮਾਸ਼ਾਅੱਲਾ ਬਹੁਤ ਅੱਛੇ ਅੰਦਾਜ਼ ਦੇ ਵਿੱਚ ਦਰਸੇ ਨਿਜ਼ਾਮੀ ਕੀਤੀ, ਕੁਰਾਨ ਮਜੀਦ ਦਾ ਤਰਜਮਾ ਕੀਤਾ। ਇਹ ਚੀਜ਼ਾਂ ਕਰਨ ਵਾਸਤੇ ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੇ ਦੂਸਰੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਸੁਣਿਆ ਕਿ ਤੁਹਾਡੇ ਵਾਸਤੇ ਇੱਕ ਟੀਚਰ ਵੀ ਹਾਇਰ ਕੀਤਾ ਗਿਆ ਸੀ। ਇਹਦੇ ਬਾਰੇ 'ਚ ਦੱਸਿਓ ਜੀ। ਜੇਲ੍ਹ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਕਿ ਕਿਸੇ ਵੀ ਜਗ੍ਹਾ ਤੇ ਤੁਸੀਂ ਚਲੇ ਜਾਓ, ਉੱਥੇ ਦੋ ਅੱਲਾ ਨੇ ਤੁਹਾਨੂੰ ਮੁਕਾਮ ਅਤਾ ਕੀਤੇ ਨੇ। ਭਾਵੇਂ ਤੁਸੀਂ ਉੱਥੇ ਬਦਮਾਸ਼ ਬਣ ਜਾਓ, ਚਾਹੇ ਆਲਮੇ ਦੀਨ ਬਣ ਜਾਓ। ਮੈਨੂੰ ਅੱਲਾ ਦੀ ਜ਼ਾਤ ਨੇ, ਮੇਰੇ ਸ਼ਫੀਕ ਸੁਪਰਡੈਂਟ ਜੇਲ੍ਹ ਸਾਹਿਬ ਸਨ, ਜਦੋਂ ਮੈਂ ਗਿਆ ਤੇ ਇਸ਼ਤਿਆਕ ਗਿੱਲ ਸਾਹਿਬ ਡਿਪਟੀ ਸੁਪਰਡੈਂਟ ਜੇਲ੍ਹ ਸਨ, ਉਹਨਾਂ ਨਾਲ ਮੇਰੀ ਮੁਲਾਕਾਤ ਹੋ ਗਈ। ਤੇ ਉਹਨਾਂ ਨੇ ਜਦੋਂ ਮੇਰੀ ਸੋਚ ਨੂੰ ਵੇਖਿਆ ਕਿ ਇਹ ਬੰਦਾ ਕਿਸ ਤਰ੍ਹਾਂ ਜੇਲ੍ਹ 'ਚ ਆ ਗਿਆ, ਉਹਨਾਂ ਕਿਹਾ ਯਾਰ ਗੱਲ ਹੈ ਕਿ ਇੱਥੇ ਵਕਤ ਤੇ ਗੁਜ਼ਾਰਨਾ ਹੈ। ਚਾਹੇ ਨਸ਼ਈਆਂ 'ਚ ਬਹਿ ਜਾਓ, ਚਾਹੇ ਡਾਕੂਆਂ 'ਚ ਬਹਿ ਜਾਓ, ਤੇ ਚਾਹੇ ਕੁਰਾਨ ਪਾਕ 'ਚ ਆਪਣਾ ਦਿਲ ਲਾ ਲਵੋ ਤੇ ਇਹਨੂੰ ਸਿੱਖ ਲਵੋ, ਤੇ ਇਨਸ਼ਾਅੱਲਾ ਤੁਹਾਡੇ ਜਿਹੜਾ ਅੱਛਾ ਕ੍ਰੈਡਿਟ ਜਿਹੜਾ ਕਿਰਦਾਰ ਦਾ ਮਾਲਕ ਕੈਦੀ ਹੁੰਦਾ ਉਹਨੂੰ ਗੌਰਮੈਂਟ ਵੀ ਕੁਝ ਮਾਫੀ ਦਿੰਦੀ ਹੈ, ਸੁਪਰਡੈਂਟ ਜੇਲ੍ਹ ਵੀ ਉਹਦੇ ਵਾਸਤੇ ਕੋਈ ਆਸਾਨੀਆਂ ਪੈਦਾ ਕਰ ਦਿੰਦਾ। ਤੇ ਕੋਸ਼ਿਸ਼ ਕਰਕੇ ਤੁਸੀਂ ਇਸ ਤਰ੍ਹਾਂ ਕਰੋ ਕਿ ਦੀਨ ਵਾਲੇ ਪਾਸੇ ਜੁੜ ਜਾਓ। ਮੈਂ ਦੀਨ ਵਾਲੇ ਪਾਸੇ ਜੁੜ ਗਿਆ। ਸੁਪਰਡੈਂਟ ਜੇਲ੍ਹ ਨੇ ਜਦੋਂ ਮੈਨੂੰ ਸਜ਼ਾ ਹੋਈ, ਮੇਰੀ ਡਿਗਰੀ ਨੂੰ ਵੇਖਿਆ, ਜਿਹੜਾ ਮੈਂ ਤਰਜਮਾ ਤਫਸੀਰ ਕੀਤਾ ਸੀ, ਉਹਨਾਂ ਮੈਨੂੰ ਜੇਲ੍ਹ 'ਚ ਮਜ਼ਹਬੀ ਟੀਚਰ ਤਾਇਨਾਤ ਕਰ ਛੜਿਆ। ਮੈਂ 7 ਸਾਲ ਤਕਰੀਬਨ ਸਜ਼ਾਏ ਮੌਤ ਦੇ ਕੈਦੀਆਂ ਨੂੰ, ਬੱਚਿਆਂ ਨੂੰ, ਮੁਲਜ਼ਮਾਂ ਨੂੰ ਤਰਜਮਾ ਤੇ ਤਫਸੀਰ ਪੜ੍ਹਾਉਂਦਾ ਰਿਹਾ। ਨਾਲ ਜਿਹੜੀ ਜੇਲ੍ਹ ਦੀ ਮਸਜਿਦ ਸੀ ਉਹਦੇ 'ਚ ਜੁਮਾ ਵੀ ਪੜ੍ਹਾਉਂਦਾ ਰਿਹਾ, ਈਦੈਨ ਦੀ ਨਮਾਜ਼ਾਂ ਵੀ ਪੜ੍ਹਾਉਂਦਾ ਰਿਹਾ। ਜਦੋਂ ਮੈਂ ਸਾਰਾ ਕੁਝ ਕਰਦਾ ਰਿਹਾ ਤੇ ਜੇਲ੍ਹ ਦੇ ਵਿੱਚ ਮੈਂ ਇੱਕ ਅੱਛੇ ਟਾਈਮ ਤੇ ਬਹੁਤ ਮੁਸ਼ਕਲ ਸੀ, ਇਹਦੇ 'ਚ ਕੋਈ ਸ਼ੱਕ ਨਹੀਂ, ਬਹੁਤ ਮੁਸ਼ਕਲ ਟਾਈਮ ਸੀ। ਲੇਕਿਨ ਕਿਉਂਕਿ ਅੱਲਾ ਦੀ ਜ਼ਾਤ, ਫਿਰ ਜਦੋਂ ਤੁਸੀਂ ਦੀਨ ਨਾਲ ਜੁੜ ਜਾਂਦੇ ਹੋ, ਤੁਹਾਡਾ ਕਿਰਦਾਰ ਜਿਹੜਾ ਉਹ ਤੁਹਾਡੀ ਗਵਾਹੀ ਦੇਣ ਲੱਗ ਪੈਂਦਾ ਤੇ ਫਿਰ ਇਨਸ਼ਾਅੱਲਾ ਮੁਸ਼ਕਲਾਂ ਵੀ ਆਸਾਨ ਲੱਗਣ ਲੱਗ ਪੈਂਦੀਆਂ। ਜੇਲ੍ਹ ਦੇ ਵਿੱਚ ਤੁਸੀਂ ਕਿਹੜੀ ਤਾਲੀਮ ਹਾਸਲ ਕੀਤੀ ਸੀ? ਮੈਂ ਜਦੋਂ ਗਿਆ ਵਾਂ, ਮੇਰਾ ਤਰਜਮਾ ਜਿਹੜਾ ਮੈਂ ਬਚਪਨ 'ਚ ਇੱਕ ਮਾਹਰਾਂ ਕੋ ਪੜ੍ਹਿਆ ਸੀ, ਅਸੀਂ ਉਸ ਇਹਨੂੰ ਨਾਜ਼ਰਾ ਨੂੰ ਪੜ੍ਹਿਆ ਸੀ। ਨਾਜ਼ਰਾ ਕਿਉਂਕਿ ਮੇਰਾ ਦਰੁਸਤ ਨਹੀਂ ਸੀ, ਮੈਂ ਸਭ ਤੋਂ ਪਹਿਲਾਂ ਆਪਣੇ ਨਾਜ਼ਰਾ ਨੂੰ ਦਰੁਸਤ ਕੀਤਾ। ਨਾਜ਼ਰਾ ਤੋਂ ਬਾਅਦ ਮੈਂ ਤਲੀਮੁਲ ਕੁਰਾਨ ਕੋਰਸਿਸ ਕੀਤੇ, ਜਮੀਅਤ ਦੇ ਥਰੂ ਫਿਰ ਤਰਜਮਾ ਤਫਸੀਰ ਕੀਤੀ, ਫਿਰ ਦਰਸੇ ਨਿਜ਼ਾਮੀ ਕੀਤਾ। ਦਰਸੇ ਨਿਜ਼ਾਮੀ ਤੋਂ ਬਾਅਦ ਅਦੀਬ ਉਰਦੂ ਕੀਤਾ। ਤੇ ਜਦੋਂ ਅਦੀਬ ਉਰਦੂ ਕਰ ਲਿਆ, ਉਨੀ ਦੇਰ ਨੂੰ ਮਤਲਬ ਮੈਂ ਪੜ੍ਹਦਿਆਂ ਮੈਂ ਵਕਾਲਤ ਵਾਸਤੇ ਕੋਸ਼ਿਸ਼ ਕੀਤੀ ਕਿ ਮੇਰਾ ਦਾਖਲਾ ਚਲਾ ਜਾਏ, ਲੇਕਿਨ ਅੱਲਾ ਨੂੰ ਮਨਜ਼ੂਰ ਸੀ। 2016 'ਚ ਮੇਰੀ ਰਿਹਾਈ ਦਾ ਅੱਲਾ ਨੇ ਬਾਇਜ਼ਤ ਮੈਨੂੰ ਬਰੀ ਕਰ ਛੜਿਆ, ਮੈਂ ਰਿਹਾ ਹੋ ਕੇ ਆ ਗਿਆ। ਜਦੋਂ ਜੇਲ੍ਹ ਦੇ ਵਿੱਚ ਗਏ ਸੋ ਤੁਹਾਡੀ ਸ਼ਾਦੀ ਹੋਈ ਸੀ? ਜੀ ਮੇਰੀ ਸ਼ਾਦੀ ਹੋਈ ਸੀ, ਮੇਰੇ 3 ਬੱਚੇ ਸਨ, 2 ਬੇਟੀਆਂ ਸਨ, 1 ਬੇਟਾ ਸੀ। ਠੀਕ ਹੋ ਗਿਆ। ਜਦੋਂ ਤੁਸੀਂ ਜੇਲ੍ਹ ਦੇ ਵਿੱਚ ਗਏ, ਤੁਹਾਡੀ ਸ਼ਾਦੀ ਵੀ ਹੋਈ, ਮਾਸ਼ਾਅੱਲਾ ਤੁਹਾਡੇ ਬੱਚੇ ਵੀ ਸਨ।
ਘਰ ਦਾ ਨਿਜ਼ਾਮ ਤੇ ਬੱਚਿਆਂ ਦੀ ਤਾਲੀਮੋ ਤਰਬੀਅਤ ਦਾ ਨਿਜ਼ਾਮ ਕਿਵੇਂ ਚੱਲਦਾ ਸੀ? ਮੇਰਾ ਅੱਲਾ ਤਰਬੀਅਤ ਦਾ ਨਿਜ਼ਾਮ ਚਲਾਉਣ ਵਾਲਾ ਹੈ। ਮੈਂ ਜਦੋਂ ਜੇਲ੍ਹ 'ਚ ਚਲਾ ਗਿਆ ਤੇ ਤੁਸੀਂ ਸੋਚ ਨਹੀਂ ਸਕਦੇ ਕਿ ਮੇਰੇ ਘਰ ਦਾ ਨਿਜ਼ਾਮ ਕੀ ਸੀ। ਮੈਂ ਉਦੋਂ ਫੈਕਟਰੀ ਲਾਉਣ ਦਾ ਮੇਰਾ ਜ਼ੇਨ ਸੀ। ਮੈਂ ਲੈਦਰ ਫੀਲਡ ਦੇ ਵਿੱਚ ਰਿਕਵਰੀ ਅਫੀਸਰ ਸਾਂ। ਅੱਛੀ ਪੋਸਟ ਸੀ। ਮੈਂ ਪਿੰਡ ਜਗ੍ਹਾ ਲਈ ਕਿ ਮੈਂ ਇੱਕ ਫੈਕਟਰੀ ਲਾ ਕੇ ਪਿੰਡ ਦੇ ਲੋਕਾਂ ਦੀ ਖਿਦਮਤ ਕਰਾਂਗਾ। ਇੱਥੇ ਮਜ਼ਦੂਰ ਵੀ ਪਿੰਡ ਦੇ ਹੀ ਹੋਣਗੇ, ਲੇਕਿਨ ਅੱਲਾ ਨੇ ਉਹ ਮੌਕਾ ਨਾ ਦਿੱਤਾ। ਮੈਂ 302 'ਚ ਚਲਾ ਗਿਆ। ਮੇਰੇ ਬੱਚਿਆਂ ਨੇ ਬਹੁਤ ਅਜ਼ੀਅਤ ਵੇਖੀ, ਲੇਕਿਨ ਮੇਰਾ ਅੱਲਾ ਆਂਦਾ ਤੁਸੀਂ, ਮੈਂ ਤਾਂ ਜੇਲ੍ਹ 'ਚ ਚਲਾ ਗਿਆ ਸਾਂ, ਮੇਰਾ ਅੱਲਾ ਤਾਂ ਨਹੀਂ ਸੀ ਜੇਲ੍ਹ 'ਚ ਗਿਆ। ਰਾਜ਼ਕ ਉਹਨਾਂ ਦਾ ਉਹ ਸੀ। ਮੇਰੇ ਬੱਚਿਆਂ ਨੇ, ਮੇਰੀ ਵੱਡੀ ਬੇਟੀ ਜਿਹੜੀ ਹੈ ਅਨੀਕਾ ਅਰਸ਼ਾਦ, ਉਹ ਡਾਕਟਰ ਹੈ, BDS ਉਹਨੇ ਕੀਤਾ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ ਲਾਹੌਰ ਤੋਂ। ਉਹਦੀ ਮੈਂ ਸ਼ਾਦੀ ਵੀ ਕਰ ਦਿੱਤੀ ਹੈ। ਛੋਟਾ ਮੇਰਾ ਬੇਟਾ ਹੈ ਤਲਹਾ ਅਰਸ਼ਾਦ, ਉਹਨੇ ਮਕੈਨੀਕਲ ਇੰਜੀਨੀਅਰ ਦਾ ਪੜ੍ਹਦਾ ਰਿਹਾ ਸੀ, ਲੇਕਿਨ ਉਹ ਕਾਮਯਾਬ ਨਾ ਹੋ ਸਕਿਆ। ਉਹਨੂੰ ਮੈਂ ਸ਼ੂਜ਼ ਦੀ ਦੁਕਾਨ ਬਣਾ ਦਿੱਤੀ ਹੈ। ਛੋਟੀ ਬੇਟੀ ਮੇਰੀ ਜਿਹੜੀ ਹੈ FSC 'ਚ ਪੜ੍ਹ ਰਹੀ ਹੈ, ਮਾਸ਼ਾਅੱਲਾ। ਇਨਸ਼ਾਅੱਲਾ ਉਮੀਦ ਹੈ ਅੱਲਾ ਦੇ ਕਰਕੇ ਉਹਦਾ ਮੈਡੀਕਲ 'ਚ ਦਾਖਲਾ ਹੋ ਜਾਏਗਾ। ਇਨਸ਼ਾਅੱਲਾ ਜੀ, ਇਨਸ਼ਾਅੱਲਾ। ਪੰਜਾਬ ਦੀ ਕਿਹੜੀ ਜੇਲ੍ਹ ਦੇ ਵਿੱਚ ਤੁਸੀਂ ਆਪਣਾ ਵਕਤ ਗੁਜ਼ਾਰਿਆ? ਮੈਂ ਡਿਸਟ੍ਰਿਕਟ ਜੇਲ੍ਹ ਸਿਆਲਕੋਟ 'ਚ ਜਦੋਂ ਗਿਆ ਵਾਂ, ਮੇਰਾ ਬਹੁਤ ਅੱਛਾ ਵਕਤ ਗੁਜ਼ਰਿਆ। ਉਸ ਤੋਂ ਬਾਅਦ ਜਦੋਂ 25 ਸਾਲ ਕੈਦ ਹੋ ਗਈ, ਤੇ ਕਿਉਂਕਿ ਸੈਂਟਰ ਜੇਲ੍ਹ ਜਿਹੜੀ ਹੈ ਕੋਟ ਲਖਪਤ ਜੇਲ੍ਹ ਹੈ, ਕੋਟ ਲਖਪਤ ਜੇਲ੍ਹ 'ਚ ਚਲਾ ਗਿਆ। ਜੇ ਥੋੜ੍ਹਾ ਹੀ ਅਰਸਾ ਹੋਇਆ ਸੀ ਤੇ ਸਾਡੇ ਪਿੰਡ ਦੇ ਉੱਥੇ ਸਾਡੇ ਤੋਂ ਪਹਿਲਾਂ ਜਿਹੜੇ ਜਵਾਨ ਮੌਜੂਦ ਸਨ, ਮਤਲਬ ਉਹਨਾਂ ਦਾ ਅਜ਼ਮਤ ਮੋਟੂ ਵਗੈਰਾ, ਉਹਨਾਂ ਨੇ ਉੱਥੇ ਇੱਕ ਝਗੜਾ ਕੀਤਾ। ਲੇਕਿਨ ਉੱਥੇ ਇਹ ਨਹੀਂ ਵੇਖਿਆ ਜਾਂਦਾ ਕਿ ਅੱਛਾ ਕਿਹੜਾ ਹੈ ਤੇ ਬੁਰਾ ਕਿਹੜਾ। ਜੇ ਮੇਰੀ ਐਡੀ ਸ਼ਨਾਖਤ ਨਹੀਂ ਸੀ ਹੋਈ, ਉਸ ਗੈਂਗ 'ਚ ਮੈਨੂੰ ਸ਼ਾਮਲ ਕਰਕੇ ਮੇਰਾ ਚਲਾਨ ਜਿਹੜਾ ਸਾਹੀਵਾਲ ਜੇਲ੍ਹ 'ਚ ਮੁੰਤਕਿਲ ਕਰ ਦਿੱਤਾ ਗਿਆ, ਜਿੱਥੇ ਮੈਂ ਬਹੁਤ ਹੀ ਅਜ਼ੀਅਤ ਨਾਲ ਵਕਤ ਗੁਜ਼ਾਰਿਆ। ਸਾਹੀਵਾਲ ਜੇਲ੍ਹ ਇੱਕ ਪਾਕਿਸਤਾਨ ਦੀ ਉਹਨਾਂ ਜੇਲ੍ਹਾਂ 'ਚੋਂ ਜੇਲ੍ਹ ਹੈ ਜਿੱਥੇ ਬਹੁਤ ਹੀ, ਤੁਸੀਂ ਸੋਚ ਨਹੀਂ ਸਕਦੇ ਕਿ ਮੈਂ ਉੱਥੇ ਕਿੰਜ ਦੀ ਅਜ਼ੀਅਤ ਨਾਲ ਵਕਤ ਗੁਜ਼ਾਰਿਆ। ਤੇ ਮੈਂ ਅੱਲਾ ਕੋਲ ਦੁਆ ਕਰਦਾ ਰਿਹਾ, ਅੱਲਾ ਮੇਰੀ ਇਸ ਜੇਲ੍ਹ ਤੋਂ ਜਾਨ ਛੁਡਾ ਦੇ। ਬੜੀ ਸਖਤ ਜੇਲ੍ਹ ਹੈ। ਇੱਕ ਐਸਾ ਫਰਿਸ਼ਤਾ ਮੇਰੇ ਜੇਲ੍ਹ ਦੇ ਵਿੱਚ ਹੀ ਮੁਲਾਕਾਤ 'ਤੇ ਗਿਆ। ਉਹਨੇ ਮੇਰੀ ਸੁਪਰਡੈਂਟ ਜੇਲ੍ਹ ਦੇ ਅੱਗੇ ਰਿਕੁਐਸਟ ਕੀਤੀ ਕਿ ਬੰਦਾ ਬੜਾ ਅੱਛਾ ਹੈ, ਕੁਰਾਨ ਪਾਕ ਦਾ ਤਰਜਮਾ ਤਫਸੀਰ ਪੜ੍ਹਾਉਂਦਾ ਹੈ, ਇਹਦੇ ਬੱਚੇ ਇੱਥੇ ਮੁਲਾਕਾਤ 'ਤੇ ਨਹੀਂ ਆ ਸਕਦੇ, ਛੋਟੇ ਬੱਚੇ ਨੇ, ਤੇ ਕਿਉਂ ਨਾ ਇਹਨੂੰ ਗੁਜਰਾਂ ਵਾਲੇ ਸੈਂਟਰ ਜੇਲ੍ਹ 'ਚ ਤਬਦੀਲ ਕਰ ਦਿੱਤਾ ਜਾਏ। ਸੁਪਰਡੈਂਟ ਜੇਲ੍ਹ ਸਾਹਿਬ ਨੇ ਉਹਨਾਂ ਦੀ ਰਿਕੁਐਸਟ ਨੂੰ ਮੰਨ ਕੇ ਮੈਨੂੰ ਗੁਜਰਾਂ ਵਾਲੇ ਜੇਲ੍ਹ 'ਚ ਟ੍ਰਾਂਸਫਰ ਕਰ ਦਿੱਤਾ। ਉੱਥੇ ਮੈਂ ਫਿਰ 5 ਸਾਲ ਤੱਕ ਮੁਸਲਸਲ ਟੀਚਰ ਰਿਹਾ ਵਾਂ। ਜਦੋਂ ਮੇਰੇ ਕਿਰਦਾਰ ਨੂੰ ਵੇਖ ਕੇ ਮੇਰੇ ਸੁਪਰਡੈਂਟ ਜੇਲ੍ਹ ਹਾਫਿਜ਼ ਅਜ਼ੀਜ਼ੁੱਲਾ ਸਾਹਿਬ ਨੇ ਮੈਨੂੰ ਜੇਲ੍ਹ ਦਾ ਸਾਰੇ ਟੀਚਰਾਂ ਦਾ ਵੀ ਜਿਹੜਾ ਉਸਤਾਦ ਲਾ ਦਿੱਤਾ, ਔਰ ਮੈਨੂੰ ਸਟੇਜ ਸੈਕਟਰੀ, ਜਦੋਂ ਵੀ ਕੋਈ ਜੇਲ੍ਹ 'ਚ ਫੰਕਸ਼ਨ ਹੁੰਦਾ ਸੀ, ਮੈਂ ਸਟੇਜ ਸੈਕਟਰੀ ਦੇ ਫਰਾਇਜ਼ ਸਰ ਅੰਜਾਮ ਦਿੰਦਾ ਰਿਹਾ। ਮੇਰੀ ਬੜੇ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਜਦੋਂ ਜੇਲ੍ਹ 'ਤੇ ਦੌਰਾ ਜਾਂਦੇ ਸਨ ਤਾਂ ਮੇਰੇ ਕੋਲ ਪੁੱਛਦੇ ਸਨ ਕਿ ਯਾਰ ਕਿਸ ਤਰ੍ਹਾਂ ਆਪਣੇ ਆਪ ਨੂੰ ਚੇਂਜ ਕੀਤਾ, ਤੇ ਮੈਂ ਉਹਨੂੰ ਦੱਸਦਾ ਸਾਂ ਕਿ ਅੱਲਾ ਦੀ ਜ਼ਾਤ ਜਦੋਂ ਚਾਹੁੰਦੀ ਹੈ ਤੇ ਜੋ ਚਾਹਵੇ ਉਹ ਕਰ ਸਕਦੀ ਹੈ। ਤੁਸੀਂ ਉੱਥੇ ਜਿਹੜੀ ਡਿਗਰੀ ਹਾਸਲ ਕਰਨੀ ਚਾਹੋ ਕਰ ਸਕਦੇ ਹੋ, ਲੇਕਿਨ ਤੁਹਾਡੇ ਅੰਦਰ ਇਨਸਾਨੀਅਤ ਮੌਜੂਦ ਹੋਣੀ ਚਾਹੀਦੀ ਹੈ। ਅੱਛਾ ਜਨਾਬ, ਸਾਹੀਵਾਲ ਜੇਲ੍ਹ ਦੇ ਵਿੱਚ ਤੁਸੀਂ ਕਿੰਨਾ ਅਰਸਾ ਗੁਜ਼ਾਰਿਆ ਸੀ? ਮੈਂ ਅਲੀ ਹਸਨ ਸਾਹਿਬ 2 ਸਾਲ ਦਾ ਉੱਥੇ ਅਰਸਾ ਗੁਜ਼ਾਰਿਆ, ਜਿਹੜਾ ਇੰਤਹਾਈ ਅਜ਼ੀਅਤ ਨਾ ਕਰਸਾ ਸੀ।